सारे दर्शकों ਨੂੰ पास्टर ज्ञान साहोत्रा यूनाइटेड एशियन बैपटिस्ट चर्च ऑक्सफोर्ड ਵੱਲੋਂ जय मसीह दी ਅਤੇ सलाम आखदे ਹਨ। आप जी सारिਆਂ ਨੂੰ साडा सलाम कबूल होवे। साडी दुआ है कि खुदावंद जो सारी दुनिया का परमेश्वर है आप जी सारिਆਂ ਦੇ ਲਈ हर शुभ काम विच सहायक होवे ਅਤੇ ਇਹ क्रिसमस ਇਹ ਵੱਡਾ दिन ਅਤੇ ਇਹ नवां साल आप जी ਨੂੰ बहुत ही मुबारक वाला होवे ਅਤੇ बरकतां भरिया होवे। हुण असी दुआ करांगे। ऐ साडे खुदावंद असी आप जी का शुक्र करते हैं आप जी दे उस करम लई उस दया लई जो तुसी इस साल दे अखीर दे विच सानू ले आए और खास करके असी इस वड्डे दिन और नवे साल दियां खुशियां दे विच तेरे पैगाम नू बहुत सारे लोगों तक ग्लोरी टीवी के जरिए दे नाल पहुंचाने का प्रयास कर रहे हैं। आए खुदावंद एक वचन सारे लोगों ने एक बरकत का कारण होवे। यसु मसीह के पाक नाच मंगते हैं, आमीन।
ਅਸੀਂ ਖੁਦਾ ਦੇ ਕਲਾਮ ਵਿੱਚੋਂ ਪੜ੍ਹੀਏ। ਮੱਤੀ ਦੀ ਇੰਜੀਲ 2 ਬਾਬ 1 ਤੋਂ 12 ਤੱਕ। ਜਾਂ ਯਿਸੂ ਰਾਜਾ ਹੈਰੋਦਿਸ ਦੇ ਦਿਨਾਂ ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ, ਜਿਹੜਾ ਯਹੂਦੀਆ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਅਤੇ ਉਸ ਨੂੰ ਮੱਥਾ ਟੇਕਣ ਆਏ ਹਾਂ। ਇਹ ਗੱਲ ਸੁਣ ਕੇ ਰਾਜਾ ਹੈਰੋਦਿਸ ਸਾਰੇ ਯਰੂਸ਼ਲਮ ਸਣੇ ਘਬਰਾਇਆ ਅਤੇ ਉਸ ਨੇ ਸਾਰੇ ਪ੍ਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੁੱਛਿਆ, ਜੋ ਮਸੀਹ ਕਿੱਥੇ ਹੈ? ਉਹਨਾਂ ਨੇ ਉਸ ਨੂੰ ਕਿਹਾ, ਯਹੂਦੀਆ ਦੇ ਬੈਤਲਹਮ ਵਿੱਚ, ਕਿਉਂ ਜੋ ਨਬੀ ਦੇ ਰਾਹੀਂ ਇਉਂ ਲਿਖਿਆ ਹੋਇਆ ਹੈ ਬੈਤਲਹਮ ਯਹੂਦਾ ਦੇਸ਼ ਦੇ, ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਜਿਹੜਾ ਮੇਰੀ ਪ੍ਰਜਾ ਇਸਰਾਇਲ ਦੀ ਪਾਲਣਾ ਕਰੇਗਾ। ਤਦ ਹੈਰੋਦਿਸ ਨੇ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਹਨਾਂ ਕੋਲੋਂ ਠੀਕ ਠੀਕ ਪਤਾ ਲਿਆ ਕਿ ਤਾਰਾ ਕਿੱਥੇ ਵਿਖਾਈ ਦਿੱਤਾ, ਅਤੇ ਉਸਨੇ ਉਹਨਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ, ਭਈ ਜਾਓ ਯਤਨ ਨਾਲ ਉਸ ਬਾਲਕ ਦੀ ਭਾਲ ਕਰੋ ਅਤੇ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖਬਰ ਦਿਓ, ਤਾਂ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਣਾ। ਉਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਹਨਾਂ ਦੇ ਚੜ੍ਹਦੇ ਪਾਸੇ ਡਿੱਠਾ ਸੀ ਉਹਨਾਂ ਦੇ ਅੱਗੇ ਅੱਗੇ ਚੱਲਿਆ, ਇੱਥੋਂ ਤੱਕ ਕਿ ਉਸ ਥਾਂ ਤੇ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ। ਅਤੇ ਤਾਰੇ ਨੂੰ ਵੇਖ ਕੇ ਉਹ ਬੜੇ ਹੀ ਆਨੰਦ ਹੋਏ ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਅਮ ਦੇ ਨਾਲ ਡਿੱਠਾ ਅਤੇ ਪੈਰੀ ਪੈ ਕੇ ਉਸ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ, ਲਵਾਨ ਅਤੇ ਗੰਧਰਸ ਉਸ ਦੀ ਭੇਟ ਕੀਤੀ ਅਤੇ ਸੁਪਨੇ ਵਿੱਚ ਖਬਰ ਪਾ ਕੇ ਜੋ ਹੈਰੋਦਿਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਵਾਸਤੇ ਆਪਣੇ ਦੇਸ਼ ਨੂੰ ਮੁੜ ਗਏ। ਆਮੀਨ। ਮੇਰਿਓ ਭਾਈਓ ਤੇ ਭੈਣੋ, ਹੁਣੇ ਜੋ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਵਚਨ ਪੜਿਆ, ਉਹਦਾ ਹਿੱਸਾ ਪੜਿਆ, ਮਤੀ ਦੀ ਇੰਜੀਲ ਉਸ ਦਾ 2 ਬਾਬ 1 ਤੋਂ 12 ਆਇਤ, ਉਹਦੇ ਵਿੱਚ ਅਸੀਂ ਕੁਝ ਮਨੁੱਖਾਂ ਦੀ ਕਹਾਣੀ ਨੂੰ ਵੇਖਦੇ ਹਾਂ ਔਰ ਇਹਨਾਂ ਮਨੁੱਖਾਂ ਨੂੰ ਦਾਨਸ਼ਮੰਦ ਮਨੁੱਖ ਆਖਿਆ ਗਿਆ ਆ ਜਾਂ ਪਰਾਮਰਸ਼ ਦੇਣ ਵਾਲੇ ਬੁੱਧੀਜੀਵ ਲੋਕ ਆਖਿਆ ਗਿਆ ਹੈ। ਇਹਨਾਂ ਦੀ ਕਹਾਣੀ ਇੱਕ ਅਜੀਬ ਢੰਗ ਦੇ ਨਾਲ, ਗੁਪਤ ਤਰੀਕੇ ਦੇ ਨਾਲ ਲਿਪਟੀ ਹੋਈ ਜਾਂ ਛਿਪੀ ਹੋਈ ਕਹਾਣੀ ਆ, ਕਿਉਂਕਿ ਅਸੀਂ ਜਦੋਂ ਵਚਨ ਪੜ੍ਹਿਆ ਆ ਇਹਦੇ ਵਿੱਚ ਕਈ ਗੱਲਾਂ ਹਨ ਜਿਨ੍ਹਾਂ ਦਾ ਪਤਾ ਲਗਾ ਕੇ ਤੇ ਸਾਡੇ ਦਿਲ ਦੇ ਵਿੱਚ ਕਈ ਸਵਾਲ ਉੱਠਦੇ ਹਨ ਔਰ ਅਸੀਂ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਵਿੱਚ ਬਹੁਤ ਵਾਰੀ ਅਸਮਰਥ ਹੋ ਜਾਂਦੇ ਹਾਂ। ਜਿਸ ਤਰ੍ਹਾਂ ਕਿ ਇਹ ਕਿੰਨੇ ਆਦਮੀ ਸਨ, ਇਹ ਕਿੰਨੇ ਲੋਕ ਸਨ, ਜਾਂ ਇਹ ਲੋਕ ਜਨ ਕਿੱਥੋਂ ਆਏ ਸਨ ਅਸੀਂ ਨਹੀਂ ਜਾਣਦੇ, ਜਾਂ ਇਹਨਾਂ ਲੋਕਾਂ ਨੂੰ ਇਹਨਾਂ ਦੇ ਸਫ਼ਰ ਦੇ ਵਿੱਚ ਕਿੰਨਾ ਸਮਾਂ ਲੱਗਾ ਅਸੀਂ ਇਹ ਵੀ ਨਹੀਂ ਜਾਣਦੇ। ਲੇਕਿਨ ਇੱਕ ਗੱਲ ਅਸੀਂ ਇਹਦੇ ਵਿੱਚ ਜਾਣਦੇ ਹਾਂ ਕਿ ਇਹ ਲੋਕ ਜਿਹੜੇ ਸੀ ਜ਼ਰੂਰ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕਰਨ ਲਈ ਬਹੁਤ ਦੂਰ ਦੇਸ਼ ਤੋਂ ਆਏ ਸੀ। ਖੁਦਾ ਦੇ ਪਾਕ ਕਲਾਮ ਦੇ ਵਿੱਚੋਂ ਅਸੀਂ ਕੁਝ ਗੱਲਾਂ ਸਿੱਖਾਂਗੇ ਅੱਜ ਇਸ ਕ੍ਰਿਸਮਸ ਦੇ ਮਹੀਨੇ ਦੇ ਵਿੱਚ ਔਰ ਕ੍ਰਿਸਮਸ ਦੇ ਸਮੇਂ ਦੇ ਉੱਤੇ ਕਿ ਇਹ ਸਾਡੇ ਜ਼ਿੰਦਗੀ ਦੇ ਨਾਲ ਕੀ ਤਾਲੁਕ ਰੱਖਦੀਆਂ ਹਨ। ਪਹਿਲੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਦੇ ਵਿੱਚ ਈਮਾਨ ਸੀ। ਇਹਨਾਂ ਦਾ ਸਫ਼ਰ ਜੋ ਸੀ ਦਾਨਸ਼ਮੰਦ ਲੋਕਾਂ ਦਾ ਈਮਾਨ ਦਾ ਸਫ਼ਰ ਸੀ। ਇਹਨਾਂ ਨੇ ਆ ਕੇ ਯਰੂਸ਼ਲਮ ਦੇ ਵਿੱਚ ਇਹ ਪੁਕਾਰਿਆ, ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂਕਿ ਅਸੀਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਹੈ ਅਤੇ ਉਸ ਦੀ ਅਸੀਂ ਪੂਜਾ ਕਰਨ ਆਏ ਹਾਂ ਜਾਂ ਅਸੀਂ ਉਸ ਨੂੰ ਮੱਥਾ ਟੇਕਣ ਆਏ ਹਾਂ। ਮੇਰੇ ਅਜ਼ੀਜ਼ੋ, ਇਹਨਾਂ ਦਾ ਸਫ਼ਰ ਜਿਸ ਵੇਲੇ ਅਸੀਂ ਦੇਖਦੇ ਹਾਂ ਕਿੰਨੇ ਚਿਰ ਦਾ ਸੀ ਤੇ ਸਾਨੂੰ ਪਤਾ ਨਹੀਂ, ਲੇਕਿਨ ਕਈਆਂ ਮਹੀਨਿਆਂ ਦਾ ਸਫ਼ਰ ਸੀ ਜਿੱਦਾਂ ਕਿ ਅਸੀਂ ਉਸ ਦਾ ਅਨੁਮਾਨ ਲਗਾ ਸਕਦੇ ਹਾਂ। ਔਰ ਜਿਸ ਵੇਲੇ ਇਹ ਅਨੁਮਾਨ ਲਗਾਉਂਦੇ ਆ ਤੇ ਸਾਨੂੰ ਇਹ ਪਤਾ ਚੱਲਦਾ ਇਹਨਾਂ ਨੇ ਆਪਣਾ ਸਫ਼ਰ ਜਿਹੜਾ ਸੀ ਟਾਈਮ ਕੱਢ ਕੇ ਕੀਤਾ। ਇਹਨਾਂ ਨੇ
उस चढ़दे पासे जो तारा देखिया सी ते इन्हां नूं इह पता सी कि दुनिया दे विच कोई बहुत ही अजीब बहुत वड्डी हस्ती ने जन्म लिया है जो यहूदियों का बादशाह है। इथों तक भी संभव है कि इन्हां नूं पता सी कि मनुख जाति की जो मुक्ति है वो यहूदियों दे वल्लों आ और उन्हां विचों ही एक निस्तारा देने वाला पैदा होवेगा। इस करके इन्हां ने अपना सफर ईमान दे नाल कीता और यरूशलेम दे विच आके पूछया क्यों, क्योंकि इन्हां नूं उस रब दे नाल प्यार सी। इन्हां ने अपना धन खर्चण दे विच भी संकोच नहीं किया और इन्हां ने एक गल सब तो वड्डी कीती कि ईमान नूं बरकरार रखिया। सानू अपना प्यार जिस वेले देखिया रब दा और असी अपने धन की परवाह ना करिए, अपने समय की परवाह ना करिए, अपने आराम की परवाह ना करिए, लेकिन जाके देखिए कि खुदावंद जो यहूदियां दा राजा पैदा होया है ये किथे पैदा होया है ताकि असी भी उसकी पूजा कर सकिए, उसनू मत्था टेक सकिए। उन्होंने आके पूछा वो किथे है क्योंकि इन्हों पता सी कि उसका जन्म हो चुकिया है। उन्होंने कोल उसका प्रमाण सी क्योंकि तारा उन्होंने दिखाई देखिया सीगा। इस करके जब इन्हों पता सी कि ओ यहूदियां का राजा पैदा हो गया उन्होंने ये भी यकीन सी कि वो जींदा आ, वो पैदा हो चुकिया, वो जींदा आ, वो वास्तविकता दे विच आ, वो काल्पनिक नहीं गा। इस करके वो अपने घरां दा ऐशोराम अपने परिवारां दी संगत नूं छड्ड के ओ इस प्रभु यीशु मसीह के दर्शन नूं आ गए। हुण असीं देखदे हां कि जिस वेले ये तुरे होणगे ते इन्हां दे पड़ोसियां ने इन्हां दे रिश्तेदारां ने देखिया होना ये अपने लंबे सफर दे उत्ते जद जा रहे हन ते इन्हां नूं पता भी आ इन्हां ने इन्हां दे बारे च पुछे पे कित्थे जा रहे ने, किन्ने क दिनां दा सफर है। ते जद पुछया होना कि तुसीं कित्थे जा रहे हो उन्हां नूं पता, उन्हां ने कहा कि असीं नहीं जानदे किन्ने क दिनां दा सफर है, असीं ये भी नहीं जानदे, तुसीं जा क्यों रहे हो, असीं सानू नहीं पता असीं क्यों जा रहे हैं। असीं जब देखते हैं तो सानू पता चलता है कि इन्हां दा जिहड़ा ईमान सी वो इन्हां दे विच स्थिर सी और मजबूत सी। मेरे अजीजो इसे तरह दियां गल्लां बहुत सारे लोगों ने बाइबल दे विच उन्हां विश्वास दे शूरवीरां नाल कीतियां। जिस वेले अब्राहम अपनी वाइफ नूं लैके सारा नूं लैके ओ अपने देश नूं छड़ चलिया सी, अपने रिश्तेदारों नूं छड़ चलिया सी, बहुत सारे लोगों ने पूछा तू कित्थे चलिया, किहड़ी जगह जाना, तेनों पता ही नहीं। जिस वेले असीं देखते हैं कि बहुत सारे लोगों ने नूह नूं पूछया तू एवं किश्ती इन्नी वड्डी बना रहा है, मीह अज तक कदी पिया नहीं, असीं देखिया नहीं, तू कहंदा मीह पैना है। लोग पुछते ने जिन्हां नूं संकोच हुंदा, जिन्हां नूं शक हुंदा, लेकिन विश्वास दे शूरवीर विश्वास दे दीवाने जिहड़े आ ओ जिस वेले गल नूं पा लैंदे आ ते ओ तुर पैंदे आ और ओ जोखिम दी चिंता नहीं करते। मेरे अजीजो असी अज देखिए कि ये विश्वास जो है ये साडे वास्ते की संबंध रखता है। खुदा दे पाक कलाम दे विच जिस वेले असीं पढ़दे हां ते सानूं पता चलदा है नेचा तो बगैर खुदा नूं, रब नूं, परमेश्वर नूं, ईश्वर नूं प्रसन्न करना अनहोना है। जिहड़ा व्यक्ति परमेश्वर वल आउंदा है उस नूं नेचा करनी होवेगी परमेश्वर वास्तविक है, अते जिहड़ा व्यक्ति परमेश्वर कोल आउंदा है उस नूं नेचा करनी पवेगी कि परमेश्वर उन्हां लोकां नूं फल दिंदा है जिहड़े उस नूं सचमुच लभना चाहुंदे हन। मेरे असीसो दुनिया दे विच कई शूरवीर होए इस ईमान दे जिन्हां नूं लोकां ने सदाई दीवाने, पागल, बददिमाग किया, लेकिन उन्हां नूं पता सी कि असी की कित्थे चले हैं और असी केड़े ईमान नाल चले हैं। वो अपने ईमान विच दृढ़ रहे। एक इंसान जिसका नाम विलियम कैरी सी, वो एक जुतियां गंढण वाला इंसान सी। उन्होंने खुदा दा कलाम पढ़ते पढ़ते दर्शन मिलिया भारत तक कि उत्थे जा लखां करोड़ां लोग
ਬਗੈਰ ਮੁਕਤੀ ਤੋਂ ਖਤਮ ਹੋ ਰਹੇ ਹਨ, ਬਗੈਰ ਨਜਾਤ ਤੋਂ ਖਤਮ ਹੋ ਰਹੇ ਹਨ। ਔਰ ਉਹ ਚਲਾ ਗਿਆ। ਲੇਕਿਨ ਜਾਣ ਤੋਂ ਪਹਿਲਾਂ ਕਈਆਂ ਨੇ ਇਸ ਵਿਲੀਅਮ ਕੈਰੀ ਨੂੰ ਰੋਕਿਆ, ਤੂੰ ਅਜੇ ਮੁੰਡਾ ਹੀ ਆ, ਤੈਨੂੰ ਅਜੇ ਸਮਝ ਨਹੀਂ, ਰੱਬ ਦਾ ਕੰਮ ਆ, ਰੱਬ ਆਪੇ ਕਿਸੇ ਹੋਰ ਨੂੰ ਲੈ ਲਊਗਾ। ਲੇਕਿਨ ਇਸ ਨੂੰ ਪਤਾ ਸੀ ਕਿ ਰੱਬ ਨੇ ਜੋ ਉਹਨੂੰ ਕਿਹਾ ਆ, ਦਰਸ਼ਨ ਦਿੱਤਾ ਆ, ਉਸ ਨੂੰ ਉਹਨੇ ਹੀ ਪੂਰਾ ਕਰਨਾ ਹੈ। ਮੇਰੇ ਅਜ਼ੀਜ਼ੋ, ਇਹ ਵਿਲੀਅਮ ਕੈਰੀ ਜਦ ਭਾਰਤ ਦੇ ਵਿੱਚ ਚਲੇ ਗਏ, 7 ਸਾਲ ਤੱਕ ਇਹਨਾਂ ਨੇ ਇੱਕ ਵੀ ਰੂਹ ਨੂੰ ਰੱਬ ਕੋਲ ਆਉਂਦੇ ਨਹੀਂ ਦੇਖਿਆ, ਪ੍ਰਭੂ ਯਿਸੂ ਦੇ ਕੋਲ ਆਉਂਦੇ ਨਹੀਂ ਦੇਖਿਆ। ਲੇਕਿਨ ਉਸ ਤੋਂ ਬਾਅਦ ਹਜ਼ਾਰਾਂ ਹੀ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਭਾਰਤ ਦੇਸ਼ ਵਿੱਚ ਕਬੂਲ ਕੀਤਾ। ਮੇਰੇ ਅਜ਼ੀਜ਼ੋ, ਅੱਜ ਉਸੇ ਸ਼ਖਸ ਨੂੰ, ਵਿਲੀਅਮ ਕੈਰੀ ਨੂੰ, ਫਾਦਰ ਆਫ ਮਾਡਰਨ ਮਿਸ਼ਨਸ ਦਾ ਖਿਤਾਬ ਮਿਲਿਆ ਹੋਇਆ ਹੈ। ਮੇਰੇ ਅਜ਼ੀਜ਼ੋ, ਇੱਕ ਬਹੁਤ ਵੱਡੀ ਗੱਲ ਹੈ। ਦੂਸਰੀ ਗੱਲ ਜੋ ਮੈਂ ਦੱਸਣਾ ਚਾਹੁੰਦਾ ਆ ਉਹ ਇਹ ਹੈ ਕਿ ਇਹਨਾਂ ਦਾ ਸਫ਼ਰ ਜਿਹੜਾ ਸੀ ਉਹ ਇੱਕ ਆਰਾਧਨਾ ਦਾ, ਇੱਕ ਪੂਜਾ ਦਾ ਸਫ਼ਰ ਸੀ, ਇੱਕ ਵਰਸ਼ਿਪ ਦਾ ਸਫ਼ਰ ਸੀਗਾ। ਔਰ ਜਿਸ ਵੇਲੇ ਇਹ ਆਏ ਤੇ ਇਹ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕਰਨ ਲਈ ਖਾਲੀ ਨਹੀਂ ਸੀ ਆਏ। ਇਹਨਾਂ ਨੇ ਆਪਣੇ ਨਾਲ ਬਹੁਤ ਕੀਮਤੀ ਪਦਾਰਥ ਲਿਆਂਦੇ ਸੀ। ਉਹਨਾਂ ਦੇ ਕੋਲ ਸੋਨਾ ਸੀ, ਉਹਨਾਂ ਦੇ ਕੋਲ ਗੰਦਰਸ ਸੀ, ਉਹਨਾਂ ਦੇ ਕੋਲ ਮੋਰ ਸੀ, ਲੋਬਾਨ ਸੀ, ਉਹਨਾਂ ਕੋਲ 3 ਚੀਜ਼ਾਂ ਸਨ। ਔਰ ਜਿਸ ਵੇਲੇ ਉਹ ਆਏ, ਉਹ ਤਿੰਨੇ ਚੀਜ਼ਾਂ, ਜੋ ਪਦਾਰਥ ਲੈ ਕੇ ਆਏ, ਉਹ ਪ੍ਰਭੂ ਯਿਸੂ ਮਸੀਹ ਲਈ ਇੱਕ ਖਾਸ ਸੰਕੇਤ ਰੱਖਦੇ ਸਨ। ਪ੍ਰਭੂ ਯਿਸੂ ਮਸੀਹ ਰਾਜਾ ਹੀ ਨਹੀਂ, ਰਾਜਿਆਂ ਦਾ ਰਾਜਾ, ਔਰ ਉਸ ਲਈ ਉਹ ਸੋਨਾ ਲੈ ਕੇ ਆਏ ਸਨ। ਪ੍ਰਭੂ ਯਿਸੂ ਮਸੀਹ ਪੂਜਾ ਦੇ ਲਾਇਕ ਆ, ਕਿਉਂਕਿ ਉਹ ਖੁਦਾਵੰਦ ਆ। ਖੁਦਾਵੰਦ ਹੀ, ਰੱਬ ਹੀ, ਈਸ਼ਵਰ ਹੀ ਪੂਜਾ ਦੇ ਲਾਇਕ ਹੈ। ਇਸੇ ਕਰਕੇ ਉਹਨਾਂ ਨੇ ਲੋਬਾਨ ਲੈ ਕੇ ਆਂਦਾ, ਫਿਰ ਉਹਨਾਂ ਨੇ ਮੋਰ ਲੈ ਕੇ ਆਂਦਾ। ਉਹ ਦੱਸਦਾ ਸੀ ਕਿ ਜਿਸ ਵੇਲੇ ਕੋਈ ਇਨਸਾਨ ਮਰ ਜਾਂਦਾ, ਉਹਦੇ ਸਰੀਰ ਨੂੰ ਮਲਿਆ ਜਾਂਦਾ ਆ, ਉਸ ਨੂੰ ਮਲਿਆ ਜਾਂਦਾ, ਉਹਦੇ ਸਰੀਰ ਦੇ ਉੱਤੇ ਮਲਿਆ ਜਾਂਦਾ ਆ। ਮੋਰ ਜਿਹੜਾ ਹੈ, ਪ੍ਰਭੂ ਯਿਸੂ ਮਸੀਹ ਜਿਹੜਾ ਆ, ਪਰਮੇਸ਼ਵਰ ਦਾ ਕੁਰਬਾਨੀ ਕੀਤਾ ਹੋਇਆ ਲੇਲਾ ਆ। ਇਸ ਕਰਕੇ ਉਹਦੇ ਸਰੀਰ ਨੂੰ ਜੋ ਮਸਾਲੇ ਉਹਨਾਂ ਇਸਤਰੀਆਂ ਨੇ ਮਲੇ, ਉਸ ਦੇ ਬਾਰੇ ਦੇ ਵਿੱਚ, ਜਾਂ ਉਹਨੂੰ ਲੈਣ ਗਈਆਂ, ਮਲਣ ਗਈਆਂ, ਉਹਦੇ ਬਾਰੇ ਦੇ ਵਿੱਚ ਦੱਸਦਾ ਹੈ। ਮੇਰੇ ਅਜ਼ੀਜ਼ੋ, ਅਸੀਂ ਜਦ ਦੇਖਦੇ ਹਾਂ ਤੇ ਸਾਨੂੰ ਚਾਹੀਦਾ ਆ ਕਿ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਲਈ ਕਿਹੜੇ ਨਜ਼ਰਾਨੇ ਲੈ ਕੇ ਆਉਨੇ ਆ, ਕਿਹੜੇ ਗਿਫਟ ਪ੍ਰਭੂ ਯਿਸੂ ਮਸੀਹ ਲਈ ਲੈ ਕੇ ਆਉਨੇ ਆ। ਔਰ ਅਸੀਂ ਜਦ ਦੇਖਦੇ ਹਾਂ ਖੁਦਾ ਦਾ ਪਾਕ ਕਲਾਮ, ਉਹਦੇ ਵਿੱਚ ਮਿਲਦਾ ਆ ਖੁਦਾ ਨੂੰ ਸੋਨਾ, ਚਾਂਦੀ ਜਾਂ ਗੰਦਰਸ ਜਾਂ ਉਸ ਨੂੰ ਲੋਬਾਨ ਜਾਂ ਮੋਰ ਦੇ ਨਾਲ ਹੁਣ ਕੋਈ ਵਾਸਤਾ ਨਹੀਂ। ਉਹ ਇੱਕ ਚੀਜ਼ ਚਾਹੁੰਦਾ ਆ ਕਿ ਇਨਸਾਨਾਂ ਦੇ ਦਿਲ ਦੇ ਵਿੱਚ ਆ ਕੇ ਰਵੇ, ਇਨਸਾਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਆ ਕੇ ਰਵੇ, ਔਰ ਉਹਦਾ ਧਿਆਨ ਤੁਹਾਡੇ ਦਿਲ ਦੇ ਉੱਤੇ ਆ। ਤੁਸੀਂ ਉਹਦੇ ਦਿਲ ਦੇ ਵਿੱਚ ਆਓ ਔਰ ਉਹ ਤੁਹਾਡੇ ਦਿਲ ਦੇ ਵਿੱਚ ਆਊਗਾ। ਤੁਸੀਂ ਉਸ ਨੂੰ ਕਬੂਲ ਕਰ ਸਕਦੇ ਹੋ। ਕੀ ਤੁਸੀਂ ਆਪਣਾ ਦਿਲ ਅੱਜ ਦੇ ਇਸ ਵੱਡੇ ਦਿਨ ਦੇ ਉੱਤੇ, ਇਸ ਸਾਲ ਦੀ ਕ੍ਰਿਸਮਸ ਦੇ ਵਿੱਚ, ਤੁਸੀਂ ਕੀ ਆਪਣੇ ਦਿਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਸੱਦਾ ਦਵੋਗੇ? ਔਰ ਜੇ ਤੁਸੀਂ ਦੇਣਾ ਚਾਹੁੰਦੇ ਹੋ, ਸਭ ਤੋਂ ਉੱਤਮ ਗੱਲ ਹੈ, ਅੱਜ ਤੁਹਾਡੇ ਲਈ ਮੌਕਾ ਆ। ਇਹ ਕ੍ਰਿਸਮਸ ਤੁਹਾਡੇ ਲਈ ਖਾਲੀ ਨਾ ਚਲਾ ਜਾਵੇ। ਤੀਸਰੀ ਗੱਲ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਹਿਲੀ ਗੱਲ ਜੋ ਦੱਸੀ ਸੀ, ਇਹਨਾਂ ਦਾਨਿਸ਼ਮੰਦ ਲੋਕਾਂ ਦਾ ਜੋ ਸਫ਼ਰ ਸੀ ਉਹ ਈਮਾਨ ਦਾ ਸਫ਼ਰ ਸੀ। ਦੂਸਰੀ ਗੱਲ ਜਿਸ ਵਾਸਤੇ ਆਏ, ਇਹ ਪੂਜਾ ਲਈ ਆਏ ਸੀ, ਕਿਉਂਕਿ ਯਿਸੂ ਮਸੀਹ ਖੁਦਾਵੰਦ ਹੈ। ਤੀਸਰੀ ਗੱਲ ਜੋ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਜੋ ਯਿਸੂ ਮਸੀਹ ਨਾਲ ਮੁਲਾਕਾਤ ਕਰ ਲੈਂਦਾ, ਉਹਦੀ ਜ਼ਿੰਦਗੀ ਬਦਲ ਜਾਂਦੀ ਆ, ਉਹਦਾ ਸੋਚਣਾ ਬਦਲ ਜਾਂਦਾ, ਉਹਦਾ ਦੇਖਣਾ ਬਦਲ ਜਾਂਦਾ, ਉਹਦੀ ਚਾਲ ਬਦਲ ਜਾਂਦੀ ਆ। ਖੁਦਾ ਦਾ ਪਾਕ ਕਲਾਮ ਸਾਨੂੰ ਦੱਸਦਾ ਆ ਕਿ ਜਦ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੀ ਪੂਜਾ ਕਰ ਲਈ ਤੇ ਉਹਨਾਂ ਨੇ ਰੱਬ ਵੱਲੋਂ ਖਬਰ ਪਾ ਲਈ, ਔਰ ਖਬਰ ਦੇ ਵਿੱਚ ਰੱਬ ਨੇ ਕਿਹਾ ਤੁਸੀਂ ਹੁਣ ਵਾਪਸ ਹੈਰੋਦੇਸ ਨੂੰ ਮਿਲਣ ਨਾ ਜਾਇਓ। ਇਸ ਕਰਕੇ ਉਹ ਦੂਸਰੇ ਰਾਹ ਦੀ ਚਲੇ ਗਏ। ਮੇਰੇ ਅਸੀਸੋ, ਜਿਸ ਵੇਲੇ ਮੁਲਾਕਾਤ ਪ੍ਰਭੂ ਦੇ ਨਾਲ ਹੋ ਗਈ, ਖੁਦਾਵੰਦ ਦੇ ਨਾਲ ਹੋ ਗਈ, ਈਸ਼ਵਰ ਦੇ ਨਾਲ ਹੋ ਗਈ, ਉਹਨਾਂ ਦੀ ਜ਼ਿੰਦਗੀ ਬਦਲ ਗਈ। ਇਹ ਕ੍ਰਿਸਮਸ ਆਪ ਜੀ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਜੇ ਤੁਸੀਂ ਇਸ ਗੱਲ ਦੀ ਹਾਮੀ ਭਰਦੇ ਹੋ ਔਰ ਤੁਸੀਂ ਕਹਿੰਦੇ ਹੋ ਪ੍ਰਭੂ ਯਿਸੂ ਮਸੀਹ, ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਹਾਂ, ਮੇਰੀ ਜ਼ਿੰਦਗੀ ਵਿੱਚ ਤੂੰ ਆ। ਮੈਂ ਥੱਕ ਚੁੱਕਿਆ ਹਾਂ ਇਸ ਜ਼ਿੰਦਗੀ ਤੋਂ, ਲੇਕਿਨ ਮੈਂ ਹੁਣ ਆਪਣੇ ਰਾਹ ਨੂੰ ਬਦਲਣਾ ਚਾਹੁੰਦਾ, ਮੈਂ ਸੋਚ ਨੂੰ ਬਦਲਣਾ ਚਾਹੁੰਦਾ, ਔਰ ਮੈਂ ਇੱਕ ਉਸ ਰਸਤੇ ਦੇ ਉੱਤੇ ਚੱਲਣਾ ਚਾਹੁੰਦਾ ਹਾਂ ਜੋ ਨਜਾਤ ਦਾ ਰਸਤਾ ਹੈ ਔਰ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਿਸ ਬਣਨਾ ਚਾਹੁੰਦਾ ਹੈ। ਮੇਰੇ ਅਜ਼ੀਜ਼ੋ, ਇਹ ਕਹਾਣੀ ਅਸੀਂ ਉਹਨਾਂ ਦਾਨਿਸ਼ਮੰਦ ਲੋਕਾਂ ਦੀ,
ਸੁਣੀ ਆ, ਉਹਨਾਂ ਪਰਾਮਰਸ਼ੀ ਲੋਕਾਂ ਦੀ ਸੁਣੀ ਆ, ਉਹਨਾਂ ਇੰਟੈਲੈਕਚੁਅਲ ਲੋਕਾਂ ਦੀ ਸੁਣੀ ਆ। ਖੁਦਾਵੰਦ ਸਾਨੂੰ ਵੀ ਉਹ ਬੁੱਧੀਵਾਨ ਬਣਾਉਣਾ ਚਾਹੁੰਦਾ ਆ ਕਿ ਅਸੀਂ ਉਹਦੇ ਵਿੱਚ ਈਮਾਨ ਰੱਖੀਏ, ਅਸੀਂ ਉਸ ਸਫ਼ਰ ਨੂੰ ਕਰੀਏ, ਅਸੀਂ ਆਪਣੇ ਦਿਲਾਂ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਅਪਣਾ ਲਈਏ, ਅਸੀਂ ਉਹਦੀ ਪੂਜਾ ਕਰਨਾ ਸ਼ੁਰੂ ਕਰ ਦਈਏ ਤਾਂ ਕਿ ਸਾਡੀ ਜ਼ਿੰਦਗੀ ਬਦਲ ਜਾਵੇ। ਹੋਵੇ ਕਿ ਇਹ ਨਵਾਂ ਵਰਾ ਤੁਹਾਡੇ ਲਈ ਇੱਕ ਬਦਲੀ ਹੋਈ ਚਾਲ, ਬਦਲੇ ਹੋਏ ਸੋਚ, ਬਦਲੀ ਹੋਈ ਜ਼ਿੰਦਗੀ ਦੇ ਨਾਲ ਆਰੰਭ ਹੋਵੇ ਤੇ ਇਹ ਵੱਡਾ ਦਿਨ ਤੁਹਾਡੇ ਲਈ ਬਹੁਤ ਹੀ ਬਰਕਤ ਭਰਾ ਹੋਵੇ। ਆਓ ਆਪਾਂ ਆਪਣੇ ਸਿਰਾਂ ਝੁਕਾ ਲਈਏ ਔਰ ਦੁਆ ਕਰੀਏ। ਖੁਦਾਵੰਦ, ਅਸੀਂ ਆਪ ਜੀ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਪੈਗਾਮ ਲਈ ਜੋ ਇਸ ਟੀਵੀ ਚੈਨਲ ਜੋ ਗਲੋਰੀ ਹੈ ਉਸ ਦੇ ਦੁਆਰਾ ਤੇਰੇ ਲੋਕਾਂ ਤੱਕ ਪਹੁੰਚਿਆ। ਅੱਜ ਜੋ ਲੋਕ ਇਸ ਵੇਲੇ ਇਸ ਪੈਗਾਮ ਨੂੰ ਸੁਣ ਕੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਤੈਨੂੰ ਲੈਣਾ ਚਾਹੁੰਦੇ ਆ, ਤੈਨੂੰ ਨਿਮੰਤਰਣ ਦਿੰਦੇ, ਉਹਨਾਂ ਨੂੰ ਬੜੀ ਬਰਕਤ ਦੇ, ਉਹਨਾਂ ਦੀ ਜ਼ਿੰਦਗੀ ਨੂੰ ਬਦਲ ਔਰ ਉਹਨਾਂ ਨੂੰ ਆਪਣੀ ਪੂਜਾ ਕਰਨਾ ਸਿਖਾ ਤਾਂ ਕਿ ਆਪਣੀ ਜ਼ਿੰਦਗੀ ਦਾ ਸਫ਼ਰ ਜੋ ਹੈ ਈਮਾਨ ਦੇ ਨਾਲ ਗੁਜ਼ਾਰ ਸਕਣ, ਜੋ ਈਮਾਨ ਉਹ ਤੇਰੇ ਵਿੱਚ ਪਾ ਲੈਂਦੇ ਆ। ਆਮੀਨ। Hallelujah.
गुर्बत में आएगा जो भी मसीहा की गुर्बत में आएगा जो भी मसीहा की गुर्बत में आएगा जो भी हमेशा रहेगा वो बंदा खुदा का मुजस्सम हुआ आजकल वहाँ खुदा का मुजस्सम हुआ आजकल वहाँ खुदा का दिखाएगा हमको वो रास्ता पक्का का दिखाएगा हमको वो रास्ता पक्का का मुजस्सम हुआ आजकल वहाँ खुदा का मुजस्सम हुआ आजकल वहाँ खुदा का Small message on this Christmas from the Holy Bible, God's Word. This is made possible to you by United Asian Baptist Church, Oxford. Christmas is a birth of Jesus Christ. There is a story about a boy who invited everybody for his birthday. He did all the preparations for his birthday. He baked the cake, put the candles on, did all the decorations, gave gift to each other, but nobody got a time to wish that boy. But he still loves everyone, and his name is Jesus. आज आप लाखों लोगों में भाग्यशाली हैं जो इस बात को जानते हैं कि क्रिसमस का अर्थ हमारे लिए क्या है। जब हम यशाया की पुस्तक उसका 9वां अध्याय उसकी 6ठी और 7वीं आयत में पढ़ते हैं और उसमें इस प्रकार से लिखा है, क्योंकि हमारे लिए एक बालक उत्पन्न हुआ, हमें एक पुत्र दिया गया है और प्रभुता उसके कांधे पर होगी। उसका नाम अद्भुत युक्ति करने वाला, पराक्रमी परमेश्वर, अनंत का पिता और शांति का राजकुमार रखा जाएगा। उसकी प्रभुता सदा सर्वदा बढ़ती रहेगी और उसकी शांति का अंत ना होगा। इसलिए वह उसको दाऊद की राजगद्दी पर इस समय से लेकर सर्वदा के लिए न्याय और धर्म के द्वारा स्थिर किए और संभाले रहेगा। सेनाओं के यहोवा की धुन के द्वारा ये हो जाएगा। जब हम यशाया की पुस्तक उसका 9वां अध्याय उसकी 6ठी और 7वीं आयत में पढ़ते हैं और इसमें हमने ऐसा पाया कि वे प्रभुता करने वाला, पराक्रमी परमेश्वर, अनंत काल का पिता और शांति का राजकुमार हमारे लिए इंसान बन गया। ये वो राजकुमार है जिसकी खुशखबरी फरिश्ते लेकर आए, लेकिन उसका जन्म किसी महल में ना होते हुए एक चरनी में हुआ। उसने स्वयं को हमारे लिए नम्र कर लिया ताकि हम आशीषित हो जाएं। परमेश्वर का वचन एक स्त्री के गर्भ में मांस बन के आ गया और परमेश्वर का पुत्र इंसान बन गया। सारी धरती को रचने वाला एक दास बन के आ गया। वह पवित्रता से भरा हुआ परमेश्वर खुद कल्वरी क्रूस पर हमारे लिए पाप बन गया। सदा सर्वदा जीवित रहने वाला हमारे लिए मौत को सह गया और जी उठने वाला मौत से फतह पाकर आज उन जिंदगियों के दिलों में बसता है जो उस पर भरोसा रखती हैं। काश इस क्रिसमस पर हम इस बात को जान लें कि हमारे लिए यीशु कौन है। Who Jesus is to you and me. If the world would have needed an educator, God would have sent a teacher. If the world would have needed an army, he would have sent a general. If the world would have needed money, he would have sent a finance banker. But since the world needed the Savior, God became a human and he came personally in our lives. इस क्रिसमस पर हम इस बात को जान लें कि यीशु हमारे लिए कौन है। क्या सचमुच में हमने यीशु को अपने मुक्तिदाता के रूप में स्वीकार किया है? क्या सचमुच में हम
ने यीशु को अपने जीवन में जन्म दिया है? यदि नहीं, तो इस क्रिसमस पर आप अपने परमेश्वर को अपने मुक्तिदाता के रूप में अपनी जिंदगियों में स्वीकार कर लें और सदा की जिंदगी पा लें। आमीन।